ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਹਾਂ ਸੁਮਨਪ੍ਰੀਤ ਕੌਰ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਹਿਸਟਰੀ ਦੀ ਕਲਾਸ 1 ਲਗਾਉਣ ਜਾ ਰਹੇ ਹਾਂ। ਜਿਹੜੇ ਵੀ ਸਟੂਡੈਂਟ ਪੰਜਾਬ ਪੁਲਿਸ ਕਾਂਸਟੇਬਲ, ਪੰਜਾਬ ਪੁਲਿਸ ਸਬ ਇੰਸਪੈਕਟਰ ਜਾਂ ਫਿਰ ਫਾਇਰਮੈਨ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ, ਜਿਹੜੇ ਸਟੂਡੈਂਟ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ, ਕਿਸੇ ਵੀ ਸੈਂਟਰ ਲੈਵਲ ਦੀ ਜਾਂ ਸਟੇਟ ਲੈਵਲ ਦੀ ਪੋਸਟ ਦੀ ਤਿਆਰੀ ਕਰ ਰਹੇ ਨੇ, ਲਾਈਕ ਐਸਐਸਸੀ, ਰੇਲਵੇ, ਯੂਪੀਐਸਸੀ, ਪੀਪੀਐਸਸੀ ਜਾਂ ਫਿਰ ਇਹ ਕਹਿ ਲਈਏ ਕਿ 8ਵੀਂ ਪੱਧਰ ਤੋਂ ਲੈ ਕੇ ਯੂਪੀਐਸਸੀ ਤੱਕ ਦੇ ਐਗਜ਼ਾਮ ਦੇ ਲਈ ਬਹੁਤ ਇੰਪੋਰਟੈਂਟ ਟੌਪਿਕ ਆ ਸਿੰਧ ਘਾਟੀ ਦੀ ਸੱਭਿਅਤਾ। ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਐਮਸੀਕਿਊ ਕਰਨ ਵਾਲੇ ਹਾਂ ਸਿੰਧ ਘਾਟੀ ਦੀ ਸੱਭਿਅਤਾ ਦੇ ਨਾਲ ਰਿਲੇਟਡ, ਜਿਹੜੇ ਕਿ ਤੁਹਾਡੇ ਲਈ ਕਾਫੀ ਹੀ ਜ਼ਿਆਦਾ ਇੰਪੋਰਟੈਂਟ ਹੋਣ ਵਾਲੇ ਨੇ। ਸਿੰਧ ਘਾਟੀ ਦੀ ਸੱਭਿਅਤਾ ਦੇ ਨਾਲ ਰਿਲੇਟਡ ਸਟੂਡੈਂਟ ਪੁਆਇੰਟ ਆਫ ਵਿਊ ਤੋਂ ਜਿੰਨੇ ਵੀ ਇੰਪੋਰਟੈਂਟ ਐਮਸੀਕਿਊ ਤੁਹਾਡੇ ਲਈ ਬਣ ਸਕਦੇ ਆ, ਉਹ ਅਸੀਂ ਅੱਜ ਦੀ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਕੁਐਸਚਨ ਨੰਬਰ 1, ਸਿੰਧ ਘਾਟੀ ਦੀ ਸੱਭਿਅਤਾ ਦੀ ਖੋਜ ਕਦੋਂ ਕੀਤੀ ਗਈ ਸੀ? ਹਾਂਜੀ, ਸਿੰਧੂ ਘਾਟੀ ਦੀ ਸੱਭਿਅਤਾ ਦੀ ਖੋਜ 1921 ਦੇ ਵਿੱਚ ਕੀਤੀ ਗਈ ਸੀ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਦੇਖੋ 1921 ਦੇ ਵਿੱਚ ਸਭ ਤੋਂ ਪਹਿਲਾ ਨਗਰ ਹੜੱਪਾ ਖੋਜਿਆ ਗਿਆ ਸੀ। ਹੜੱਪਾ ਰਾਵੀ ਨਦੀ ਦੇ ਕਿਨਾਰੇ ਸਥਿਤ ਆ ਤੇ ਉੱਥੇ ਇਹਦੀ ਖੋਜ ਕੀਤੀ ਸੀ ਡਾਕਟਰ ਦਿਆਰਾਮ ਸਾਹਣੀ ਨੇ। ਕੱਲਾ ਦਿਆਰਾਮ ਸਾਹਣੀ ਆ, ਡਾਕਟਰ ਗਲਤੀ ਨਾਲ ਬੋਲਿਆ ਗਿਆ, ਦਿਆਰਾਮ ਸਾਹਣੀ ਨੇ ਕੀਤੀ ਸੀ। ਠੀਕ ਹੈ, ਤੇ ਹੜੱਪਾ ਇੱਕ ਸ਼ਹਿਰੀ ਸੱਭਿਅਤਾ ਸੀ। ਪਹਿਲਾਂ ਜਿਹੜੀ ਹੜੱਪਾ ਵਾ ਸ਼ਹਿਰੀ ਸੱਭਿਅਤਾ ਸੀ ਤੇ ਪਹਿਲਾ ਨਗਰ ਹੋਣ ਕਰਕੇ ਸਿੰਧ ਘਾਟੀ ਦੀ ਸੱਭਿਅਤਾ ਨੂੰ ਹੜੱਪਾ ਸੱਭਿਅਤਾ ਦੇ ਨਾਮ ਵਜੋਂ ਵੀ ਜਾਣਿਆ ਜਾਂਦਾ ਵਾ। ਠੀਕ ਹੈ, ਤੇ ਮੈਂ ਜਿਵੇਂ ਹੀ ਤੁਹਾਨੂੰ ਦੱਸਿਆ ਕਿ ਹੜੱਪਾ ਇੱਕ ਸ਼ਹਿਰੀ ਸੱਭਿਅਤਾ ਤੇ ਇਹ ਪਹਿਲੀ ਸ਼ਹਿਰੀ ਕ੍ਰਾਂਤੀ ਦੇ ਵਜੋਂ ਵੀ ਜਾਣੀ ਜਾਂਦੀ ਆ। ਠੀਕ ਹੈ, ਪਹਿਲੀ ਸ਼ਹਿਰੀ ਕ੍ਰਾਂਤੀ ਦੇ ਵਜੋਂ ਵੀ ਜਾਣੀ ਜਾਂਦੀ ਆ ਸਿੰਧੂ ਘਾਟੀ ਦੀ ਸੱਭਿਅਤਾ। ਜਿਹੜਾ ਸਿੰਧੂ ਨਾਮ ਆ ਇਹ ਤਾਂ ਯੂਨਾਨੀ ਭਾਸ਼ਾ ਤੋਂ ਲਿਆ ਗਿਆ ਵਾ। ਯੂਨਾਨੀ ਭਾਸ਼ਾ ਤੋਂ ਲਿਆ ਗਿਆ, ਇੰਡਸ ਨਾਮ ਹੈ ਇਹਦਾ, ਇੰਡਸ ਨਾਮ। ਠੀਕ ਹੈ, ਜਿਹੜਾ ਯੂਨਾਨੀ ਤੋਂ ਲਿਆ ਗਿਆ ਵਾ, ਇਸ ਕਰਕੇ ਇਸ ਨੂੰ ਇੰਡਸ ਦੀ ਸੱਭਿਅਤਾ ਵੀ ਬੋਲਿਆ ਜਾਂਦਾ ਹੈ, ਇੰਡਸ ਘਾਟੀ ਸੱਭਿਅਤਾ। ਤੇ ਇਸ ਦੀ ਖੋਜ ਪਿੱਤਲ ਯੁੱਗ ਦੇ ਵਿੱਚ ਹੋਈ ਸੀ, ਇਸ ਕਰਕੇ ਇਸ ਨੂੰ ਪਿੱਤਲ ਯੁੱਗ ਦੀ ਸੱਭਿਅਤਾ ਵੀ ਬੋਲਿਆ ਜਾਂਦਾ। ਠੀਕ ਹੈ ਜੀ, ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ, ਹੜੱਪਾ ਕਿਹੜੀ ਨਦੀ ਤੇ ਸਥਿਤ ਹੈ? ਹਾਂਜੀ, ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ, ਹੜੱਪਾ ਰਾਵੀ ਨਦੀ ਤੇ ਸਥਿਤ ਆ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਜੇਕਰ ਅਸੀਂ ਗੱਲ ਕਰੀਏ ਰਾਵੀ ਦੀ, ਰਾਵੀ ਆ ਜਿਹੜਾ, ਇਹਦਾ ਪੁਰਾਣਾ ਨਾਮ ਕੀ ਆ? ਪਰੂਸਨੀ ਆ ਇਹਦਾ ਨਾਮ ਪੁਰਾਣਾ, ਕੀ ਆ? ਪਰੋਸਨੀ। ਤੇ ਚੇਨਾਬ ਦਾ ਪੁਰਾਣਾ ਨਾਮ ਕੀ ਆ? ਅਸਕਿਨੀ। ਵੇਦਾਂ ਦੇ ਵਿੱਚ ਇਹਨਾਂ ਨੂੰ ਇਹਨਾਂ ਨਾਮ ਨਾਲ ਜਾਣਿਆ ਜਾਂਦਾ ਸੀਗਾ ਤੇ ਆ ਵੀ ਸਕਦਾ ਤੁਹਾਨੂੰ। ਠੀਕ ਹੈ, ਚੇਨਾਬ ਦਾ ਪੁਰਾਣਾ ਨਾਮ ਕੀ ਆ? ਅਸਕਿਨੀ। ਤੇ ਇੰਡਸ, ਇੰਡਸ ਆ ਜਿਹੜਾ ਯੂਨਾਨੀ ਨੇਮ ਆ ਸਿੰਧੂ ਘਾਟੀ ਦੀ ਸੱਭਿਅਤਾ ਦਾ। ਠੀਕ ਹੈ, ਸਿੱਧੂ, ਇਸ ਦਾ ਮੀਨਿੰਗ ਕੀ ਆ? ਸਿੱਧੂ ਜਾਂ ਸਿੰਧੂ ਕਹਿ ਸਕਦੇ ਹਾਂ। ਠੀਕ ਹੈ, ਤੇ ਉਸ ਤੋਂ ਬਾਅਦ ਸਤਲੁਜ ਦਾ ਪੁਰਾਣਾ ਨਾਮ ਆ ਸਤਰੁਦੀ। ਠੀਕ ਹੈ ਜੀ, ਸਤਰੁਦੀ ਸਤਲੁਜ ਦਾ ਪੁਰਾਣਾ ਨਾਮ ਆ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ, ਸਿੰਧੂ ਘਾਟੀ ਦੀ ਸੱਭਿਅਤਾ ਦਾ ਮਹਾਨ ਇਸ਼ਨਾਨ ਘਰ ਕਿੱਥੇ ਮਿਲਿਆ ਸੀ? ਹਾਂਜੀ, ਸਿੰਧੂ ਘਾਟੀ ਦੀ ਸੱਭਿਅਤਾ ਦਾ ਜਿਹੜਾ ਮਹਾਨ ਇਸ਼ਨਾਨ ਘਰ ਆ ਇਹ ਮਹਿੰਜੋਦੜੋ ਦੇ ਵਿੱਚ ਮਿਲਿਆ ਸੀ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਤੇ ਇਹਨੂੰ ਕਈ ਇਸ ਨੂੰ ਮੋਹਨਜੋਦੜੋ ਬੋਲਦੇ ਆ, ਕੋਈ ਮਹਿੰਜੋਦੜੋ ਬੋਲਦਾ। ਠੀਕ ਹੈ ਜੀ, ਇਸ ਕਿਹਦੇ ਵਿੱਚੋਂ ਮਿਲਿਆ ਸੀ? ਮਹਿੰਜੋਦੜੋ ਦੇ ਵਿੱਚੋਂ ਮਿਲਿਆ ਸੀ। ਇਹ ਸਿੰਧ ਘਾਟੀ ਦੇ ਕਿਨਾਰੇ ਆ ਮਹਿੰਜੋਦੜੋ, ਇਹ ਵੀ ਸਿੰਧ ਘਾਟੀ ਦੇ ਕਿਨਾਰੇ ਆ। ਠੀਕ ਹੈ, ਤੇ ਇਸ ਦੀ ਖੋਜ 1922 ਦੇ ਵਿੱਚ ਹੋਈ ਸੀ ਤੇ ਇਸ ਨੂੰ ਮ੍ਰਿਤਕਾਂ ਦਾ ਟਿੱਲਾ ਵੀ ਬੋਲਿਆ ਜਾਂਦਾ। ਕੀ ਬੋਲਿਆ ਜਾਂਦਾ? ਮ੍ਰਿਤਕਾਂ ਦਾ ਟਿੱਲਾ। ਅਗਲਾ ਪ੍ਰਸ਼ਨ ਆ, ਸਿੰਧੂ ਘਾਟੀ ਦੀ ਸੱਭਿਅਤਾ ਨੂੰ ਕੀ ਕਿਹਾ ਜਾਂਦਾ ਹੈ? ਹਾਂਜੀ, ਮੇਨਲੀ ਜੋ ਪਹਿਲਾਂ, ਵੈਸੇ ਤਾਂ ਇਹਦੇ ਸਾਰੇ ਹੀ ਨਾਮ ਹੈ, ਇਹਨੂੰ ਹੜੱਪਾ ਸੱਭਿਅਤਾ ਵੀ ਕਿਹਾ ਜਾਂਦਾ, ਸ਼ਹਿਰੀ ਸੱਭਿਅਤਾ ਵੀ ਕਿਹਾ ਜਾਂਦਾ, ਕਾਂਸ਼ੀ ਵਾਲਾ ਯੁੱਗ ਵੀ ਕਿਹਾ ਜਾਂਦਾ ਵਾ। ਠੀਕ ਹੈ, ਇਹ ਸਾਰੇ ਹੀ ਨਾਮ ਆ, ਵੈਦਿਕ ਯੁੱਗ ਸੱਭਿਅਤਾ ਵੀ ਕਿਹਾ ਜਾਂਦਾ ਵਾ। ਪਰ ਇਸ ਦੇ ਵਿੱਚੋਂ ਮੇਨ ਕੀ ਆ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਸਾਨੂੰ ਪੀਐਸ ਟੈਟ ਦੇ ਐਗਜ਼ਾਮ ਦੇ ਵਿੱਚ ਅਕਸਰ ਇਸ ਤਰ੍ਹਾਂ ਆ ਜਾਂਦਾ ਕਿ ਸਾਰੇ ਹੀ ਐਮਸੀਕਿਊ ਦੇ ਵਿੱਚ ਜਿਹੜੇ ਸਾਰੇ ਹੀ ਆਨਸਰ ਆ ਉਹ ਸਹੀ ਹੁੰਦੇ ਆ। ਠੀਕ ਹੈ, ਤੇ ਸਾਨੂੰ ਨਹੀਂ ਪਤਾ ਲੱਗਦਾ ਕਿ ਹੁਣ ਅਸੀਂ ਇਹਦੀ ਕਿਹੜੀ ਆਪਸ਼ਨ ਸਹੀ ਲਗਾਈਏ, ਤਾਂ ਉਸ ਟਾਈਮ ਐਗਜ਼ਾਮੀਨਰ ਇਹ ਆਪਸ਼ਨ ਨੂੰ ਹੀ ਸਹੀ ਮੰਨਦਾ ਹੁੰਦਾ। ਤਾਂ ਮੈਂ ਤੁਹਾਨੂੰ ਬੋਲਦੀ ਹਾਂ ਕਿ ਜਦੋਂ ਵੀ ਅਸੀਂ ਇਹਦੇ ਮਗਰ ਵੀ ਇੱਕ ਲੌਜਿਕ ਹੁੰਦਾ। ਜਿਵੇਂ ਹੁਣ ਆਪਾਂ ਦੇਖੋ ਗੱਲ ਕੀਤੀ ਆ ਸਿੰਧ ਘਾਟੀ ਦੀ ਸੱਭਿਅਤਾ ਨੂੰ ਕੀ ਕਿਹਾ ਜਾਂਦਾ। ਦੇਖੋ ਸਿੰਧ ਘਾਟੀ ਦੀ ਸੱਭਿਅਤਾ ਦੇ ਵੈਸੇ ਤਾਂ ਇਹ ਸਾਰੇ ਹੀ ਨਾਮ ਆ, ਸਾਰਿਆਂ ਹੀ ਬੋਲ ਦਿੱਤਾ ਜਾਂਦਾ ਇਹਨਾਂ ਨੂੰ, ਪਰ ਮੇਨਲੀ ਮੈਂ ਤੁਹਾਨੂੰ ਕਿਹਾ ਕਿ ਇਹਦਾ ਪਹਿਲਾ ਨਗਰ ਕਿਹੜਾ ਸੀਗਾ? ਹੜੱਪਾ। ਤੇ ਹੜੱਪਾ ਕਿਹਦੇ ਨਾਲ ਸੰਬੰਧਿਤ ਸੀਗੀ? ਸ਼ਹਿਰੀ ਸੱਭਿਅਤਾ ਸੀ ਉਹ, ਤੇ ਇਸ ਕਰਕੇ
ਕਰਕੇ ਮੇਨਲੀ ਇਹ ਸ਼ਹਿਰਾਂ ਦੇ ਲਈ ਮਸ਼ਹੂਰ ਸੀ, ਜਿਸ ਨੂੰ ਅਸੀਂ ਸ਼ਹਿਰੀ ਕ੍ਰਾਂਤੀ ਵੀ ਬੋਲ ਦਿੰਦੇ ਹਾਂ। ਤਾਂ ਰਾਈਟ ਆਨਸਰ ਹੈ ਆਪਸ਼ਨ ਇਜ਼ ਦੀ ਏ, ਸ਼ਹਿਰੀ ਸੱਭਿਅਤਾ। ਠੀਕ ਹੈ, ਇਸ ਗੱਲ ਦਾ ਤੁਸੀਂ ਧਿਆਨ ਰੱਖਣਾ। ਹਮੇਸ਼ਾ ਹੀ ਜਦੋਂ ਤੁਹਾਡੇ ਕੋਲੇ 2-3 ਆਪਸ਼ਨਾਂ ਹੋਣ ਜਿਹੜੇ ਕਿ ਸਹੀ ਹੋਣ ਤੇ ਸਾਨੂੰ ਨਹੀਂ ਪਤਾ ਲੱਗਦਾ ਕਿ ਕਿਹੜੀ ਆਪਸ਼ਨ ਸਹੀ ਲਗਾਈਏ, ਤਾਂ ਉੱਥੇ ਤੁਸੀਂ ਪਹਿਲੀ ਆਪਸ਼ਨ ਹੀ ਸਹੀ ਲਗਾਓਗੇ, ਫਿਰ ਹੀ ਤੁਹਾਡਾ ਰਾਈਟ ਮੰਨਿਆ ਜਾਂਦਾ, ਕਿਉਂਕਿ ਐਗਜ਼ਾਮੀਨਰ ਇਸੇ ਹਿਸਾਬ ਨਾਲ ਪਾਉਂਦੇ ਆ। ਅਗਲਾ ਪ੍ਰਸ਼ਨ ਆ, ਮੋਹਿੰਜੋਦੜੋ ਕਿਹੜੀ ਨਦੀ ਦੇ ਕਿਨਾਰੇ ਸਥਿਤ ਆ? ਹਾਂਜੀ, ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਮੋਹਿੰਜੋਦੜੋ ਕਿਸ ਦੇ ਕਿਨਾਰੇ ਸਥਿਤ ਆ? ਸਿੰਧ ਦੇ ਸਥਿਤ ਆ, ਸਿੰਧ ਨਦੀ ਦੇ ਕਿਨਾਰੇ ਸਥਿਤ ਆ। ਤੇ ਸਿੰਧ ਦਾ ਯੂਨਾਨੀ ਨਾਮ ਕੀ ਆ? ਇੰਡਸ। ਤਾਂ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਹੈ। ਠੀਕ ਹੈ ਜੀ, ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ। ਹਾਂਜੀ, ਦਾ ਡੌਕਯਾਰਡ, ਇਹਦਾ ਮੀਨਿੰਗ ਕੀ ਹੁੰਦਾ ਵਾ? ਡੌਕਯਾਰਡ ਕਿਹਨੂੰ ਬੋਲਦੇ ਆ? ਬੰਦਰਗਾਹ ਨੂੰ ਬੋਲਦੇ ਆ। ਠੀਕ ਹੈ, ਜਿਹੜੀ ਕਹਿੰਦਾ ਡੰਕਯਾਰਡ, ਕਈ ਡੰਕਾਰਡ ਵੀ ਬੋਲ ਦਿੰਦੇ ਆ, ਵੈਸੇ ਡੌਕਯਾਰਡ ਆ। ਡੰਕਾਰਡ ਕਿੱਥੇ ਪਾਇਆ ਗਿਆ? ਹਾਂਜੀ, ਡੰਕਾਰਡ ਆ ਜਿਹੜਾ ਇਹ ਕਿੱਥੇ ਪਾਇਆ ਗਿਆ ਸੀ? ਲੋਥਲ ਦੇ ਵਿੱਚ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਬੰਦਰਗਾਹ ਸਾਨੂੰ ਲੋਥਲ ਦੇ ਵਿੱਚ ਮਿਲੀ ਸੀ, ਤੇ ਲੋਥਲ ਨੂੰ ਪੱਤਨ ਨਗਰ ਦੇ ਨਾਮ ਨਾਲ ਵੀ ਬੋਲਿਆ ਜਾਂਦਾ। ਇਹ ਕਿੱਥੇ ਪੈਂਦਾ ਵਾ? ਇਹ ਗੁਜਰਾਤ ਦੇ ਵਿੱਚ ਪੈਂਦਾ ਵਾ। ਤੇ ਕਿਹੜੀ ਨਦੀ ਦੇ ਕਿਨਾਰੇ ਸਥਿਤ ਆ? ਭੋਗਵਾ ਨਦੀ ਦੇ ਕਿਨਾਰੇ ਸਥਿਤ ਆ। ਠੀਕ ਹੈ, ਦੇਖੋ ਸਿੰਧ ਘਾਟੀ ਦੇ ਵਿੱਚ ਜਿਹੜੇ ਜਹਾਜ਼, ਕਿਸ਼ਤੀਆਂ ਵਗੈਰਾ ਦੇ ਸਬੂਤ ਮਿਲੇ ਸੀ, ਉਹ ਸਾਨੂੰ ਇੱਥੋਂ ਹੀ ਮਿਲੇ ਸੀ, ਲੋਥਲ ਦੇ ਵਿੱਚੋਂ। ਠੀਕ ਹੈ ਜੀ, ਅਗਲਾ ਪ੍ਰਸ਼ਨ ਆ, ਸਿੰਧ ਘਾਟੀ ਦੀ ਸੱਭਿਅਤਾ ਦੇ ਲੋਕਾਂ ਲਈ ਹੇਠ ਲਿਖਿਆਂ ਵਿੱਚੋਂ ਕਿਹੜੀ ਧਾਤ ਅਣਜਾਣ ਸੀ? ਹਾਂਜੀ, ਸਿੰਧ ਘਾਟੀ ਦੀ ਸੱਭਿਅਤਾ ਦੇ ਲੋਕ ਆ ਜਿਹੜੇ, ਉਹ ਇਹਨਾਂ ਵਿੱਚੋਂ ਕਿਹੜੀ ਧਾਤ ਨੂੰ ਨਹੀਂ ਜਾਣਦੇ ਸੀ? ਉਹ ਨਹੀਂ ਜਾਣਦੇ ਸੀਗੇ, ਦੇਖੋ ਕਾਪਰ ਨੂੰ ਵੀ ਜਾਣਦੇ ਸੀਗੇ। ਠੀਕ ਹੈ, ਇਸ ਤੋਂ ਇਲਾਵਾ ਉਹ ਗੋਲਡ ਨੂੰ ਵੀ ਜਾਣਦੇ ਸੀ, ਸਿਲਵਰ ਨੂੰ ਵੀ ਜਾਣਦੇ ਸੀ, ਪਰ ਉਹ ਕਿਹਨੂੰ ਨਹੀਂ ਜਾਣਦੇ ਸੀ? ਉਹ ਆਇਰਨ ਨੂੰ ਨਹੀਂ ਜਾਣਦੇ ਸੀ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਉਹ ਲੋਹੇ ਬਾਰੇ ਨਹੀਂ ਜਾਣਦੇ ਸੀ। ਲੋਹੇ ਦੀ ਖੋਜ ਆ ਜਿਹੜੀ, ਇਹ ਉੱਤਰ ਵੈਦਿਕ ਕਾਲ ਦੇ ਵਿੱਚ ਹੋਈ ਸੀ। ਤੇ ਲੋਹੇ ਦੀ ਖੋਜ ਹੋਈ ਕਿੱਥੇ ਸੀ? ਕਿੱਥੇ ਖੋਜਿਆ ਗਿਆ ਸੀ ਲੋਹੇ ਨੂੰ? ਅੰਤਰਜੀ ਖੇੜਾ ਦੇ ਵਿੱਚ ਖੋਜਿਆ ਗਿਆ ਸੀ। ਅੰਤਰਜੀ ਖੇੜਾ, ਤੇ ਕਿੱਥੇ ਆ? ਇਹ ਉੱਤਰ ਪ੍ਰਦੇਸ਼ ਦੇ ਵਿੱਚ ਪੈਂਦਾ ਵਾ। ਠੀਕ ਹੈ ਜੀ, ਤੇ ਇੱਥੇ ਜਿਹੜਾ ਲੋਹਾ ਮਿਲਿਆ ਸੀ ਉਸ ਨੂੰ 800 ਸਾਨੂੰ 800 BC ਪੁਰਾਣਾ ਲੋਹਾ ਮਿਲਿਆ ਸੀ। ਠੀਕ ਹੈ ਜੀ, ਇਸ ਗੱਲ ਦਾ ਧਿਆਨ ਰੱਖਣਾ। ਅਗਲਾ ਪ੍ਰਸ਼ਨ, ਸਿੰਧ ਘਾਟੀ ਵਿੱਚ ਕਿਹੜਾ ਜਾਨਵਰ ਅਣਜਾਣ ਸੀ? ਹਾਂਜੀ, ਜਿਹੜੇ ਸਿੰਧੂ ਸੱਭਿਅਤਾ ਦੇ ਲੋਕ ਸੀਗੇ ਉਹ ਕਿਸ ਜਾਨਵਰ ਤੋਂ ਅਣਜਾਣ ਸੀ? ਹਾਥੀ ਤੋਂ ਅਣਜਾਣ ਸੀ, ਜਾਂ ਚੀਤੇ ਤੋਂ ਅਣਜਾਣ ਸੀ, ਜਾਂ ਇੱਕ ਸਿੰਗ ਵਾਲੇ ਗੈਂਡੇ ਤੋਂ ਅਣਜਾਣ ਸੀ, ਜਾਂ ਸ਼ੇਰ ਤੋਂ? ਤਾਂ ਜਿਹੜੇ ਸਿੰਧ ਘਾਟੀ ਦੇ ਲੋਕ ਸੀ ਉਹ ਸ਼ੇਰ ਨੂੰ ਨਹੀਂ ਜਾਣਦੇ ਸੀ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਉਸ ਸਮੇਂ ਜਿਹੜੀਆਂ ਮਤਲਬ ਕਿ ਇਹਨਾਂ ਦੀ ਖੋਜ ਕਿਵੇਂ ਕੀਤੀ ਗਈ ਸੀਗੀ? ਜਦੋਂ ਸਿੰਧ ਘਾਟੀ ਸੱਭਿਅਤਾ ਦੀ ਖੋਜ ਹੋਈ ਸੀ, ਕੁਝ ਸਾਨੂੰ ਪੁਰਾਣੀਆਂ ਮੂਰਤਾਂ ਮਿਲੀਆਂ ਸੀ, ਪੁਰਾਣੇ ਸਮਾਨ ਤੋਂ ਹੀ ਅਸੀਂ ਕਹਿ ਸਕਦੇ ਹਾਂ ਅੰਦਾਜ਼ਾ ਲਗਾਇਆ ਜਾਂਦਾ ਸੀ। ਠੀਕ ਹੈ, ਉਸ ਸਮੇਂ ਉਹ ਲੋਕ ਸ਼ੇਰ ਨੂੰ ਨਹੀਂ ਜਾਣਦੇ ਸੀ। ਅਗਲਾ ਪ੍ਰਸ਼ਨ ਆ, ਸਿੰਧੂ ਘਾਟੀ ਸੱਭਿਅਤਾ ਦੇ ਲੋਕਾਂ ਨਾਲ ਵਪਾਰਕ ਸੰਬੰਧ ਸਨ? ਹਾਂਜੀ, ਸਿੰਧ ਘਾਟੀ ਸੱਭਿਅਤਾ ਦੇ ਜਿਹੜੇ ਲੋਕ ਆ ਉਹਨਾਂ ਦੇ ਨਾਲ ਵਪਾਰਕ ਨਾਲ ਕਿਹੜੀ ਸੱਭਿਅਤਾ ਹੋਰ ਸੰਬੰਧ ਰੱਖਦੀ ਸੀ? ਦੇਖੋ, ਜੇਕਰ ਅਸੀਂ ਗੱਲ ਕਰੀਏ ਚਾਈਨਾ ਦੀ ਸੱਭਿਅਤਾ। ਠੀਕ ਹੈ, ਚਾਈਨਾ ਦੀ ਸੱਭਿਅਤਾ ਵਾ ਜਿਹੜੀ ਇਹ ਪਹਿਲਾਂ ਅਸੀਂ ਆਪਣੇ ਮੇਨ MCQ ਦੀ ਗੱਲ ਕਰਦੇ ਹਾਂ ਕਿ ਸਿੰਧ ਘਾਟੀ ਸੱਭਿਅਤਾ ਤੇ ਲੋਕਾਂ ਨਾਲ ਵਪਾਰਕ ਸੰਬੰਧ ਕਿਹਨਾਂ ਨਾਲ ਸੀਗੇ? ਮੈਸੋਪੋਟਾਮੀਆ ਸੱਭਿਅਤਾ ਦੇ ਨਾਲ ਸੀ। ਮੈਸੋਪੋਟਾਮੀਆ ਸੱਭਿਅਤਾ ਦੇ ਨਾਲ ਇਹ ਲੋਕ ਵਪਾਰ ਕਰਦੇ ਸੀ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਦੇਖੋ, ਇਹ ਜਿਹੜਾ ਸ਼ਹਿਰ ਆ ਜਾਂ ਕਹਿ ਸਕਦੇ ਹਾਂ ਜਿਹੜੀ ਸੱਭਿਅਤਾ ਵਾ, ਇਹ ਦਜ਼ਲਾ ਫਰਾਤ ਨਦੀ ਦੇ ਆਸ-ਪਾਸ ਫੈਲੀ ਹੋਈ ਆ। ਤੇ ਜਿਹੜੀ ਚੀਨ ਦੀ ਸੱਭਿਅਤਾ ਵਾ ਇਹ ਹਵਾਗਵੇ ਨਦੀ ਦੇ ਆਸ-ਪਾਸ ਫੈਲੀ ਹੋਈ ਆ। ਠੀਕ ਹੈ, ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ। ਸਿੰਧ ਘਾਟੀ ਦੀ ਸੱਭਿਅਤਾ ਵਿੱਚ ਆਵਾਜਾਈ ਲਈ ਇਹਨਾਂ ਵਿੱਚੋਂ ਕਿਸ ਦੀ ਵਰਤੋਂ ਕੀਤੀ ਜਾਂਦੀ ਸੀ? ਹਾਂਜੀ, ਆਵਾਜਾਈ ਦੇ ਲਈ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਣ ਦੇ ਲਈ ਇਹਨਾਂ ਦੇ ਵਿੱਚੋਂ ਕਿਸ ਦੀ ਵਰਤੋਂ ਕੀਤੀ ਜਾਂਦੀ ਸੀ ਸਿੰਧ ਘਾਟੀ ਦੀ ਸੱਭਿਅਤਾ ਦੇ ਵਿੱਚ? ਤਾਂ ਉਸ ਸਮੇਂ ਜਹਾਜ਼ਾਂ ਦੀ ਵਰਤੋਂ ਕੀਤੀ ਜਾਂਦੀ ਸੀ, ਵੇਲ ਗੱਡੀਆਂ ਦੀ ਵੀ ਵਰਤੋਂ ਕੀਤੀ ਜਾਂਦੀ ਸੀ, ਕਿਸ਼ਤੀਆਂ ਦੀ ਵੀ ਵਰਤੋਂ ਕੀਤੀ ਜਾਂਦੀ ਸੀ। ਤਾਂ ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ ਕਿ ਉਪਰੋਕਤ ਸਾਰੇ ਹੀ ਜਾਣੀ ਕਿ ਜਹਾਜ਼ਾਂ, ਵੇਲ ਗੱਡੀਆਂ ਅਤੇ ਕਿਸ਼ਤੀਆਂ ਦੀ ਆਵਾਜਾਈ ਲਈ ਵਰਤੋਂ ਕੀਤੀ ਜਾਂਦੀ ਸੀ ਸਿੰਧੂ ਘਾਟੀ ਦੀ ਸੱਭਿਅਤਾ ਦੇ ਵਿੱਚ। ਠੀਕ ਹੈ ਜੀ, ਅਗਲਾ ਪ੍ਰਸ਼ਨ, ਕਿਸ ਪੁਰਾਤਤਵ ਵਿਗਿਆਨੀ ਨੇ ਹੜੱਪਾ ਵਿਖੇ ਖੁਦਾਈ ਦੀ ਨਿਗਰਾਨੀ ਕੀਤੀ? ਹਾਂਜੀ, ਹੜੱਪਾ ਵਿਖੇ ਖੁਦਾਈ ਦੀ ਨਿਗਰਾਨੀ ਜਾਂ ਹੜੱਪਾ ਦੀ ਖੋਜ ਕਿਸ ਨੇ ਕੀਤੀ ਸੀ?
ਦਿਆਰਾਮ ਸਾਹਨੀ ਨੇ ਕੀਤੀ ਸੀ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਕਦੋਂ ਕੀਤੀ ਸੀ? 1921 ਦੇ ਵਿੱਚ ਕੀਤੀ ਸੀ। 1921 ਵਿੱਚ ਇਹਨਾਂ ਨੇ ਹੜੱਪਾ ਸੱਭਿਅਤਾ ਦਾ ਪਹਿਲਾ ਨਗਰ ਖੋਜਿਆ ਸੀ। ਹੜੱਪਾ, ਸਿੰਧ ਘਾਟੀ ਸੱਭਿਅਤਾ ਦਾ ਪਹਿਲਾ ਨਗਰ ਖੋਜਿਆ ਸੀ ਹੜੱਪਾ, ਤੇ ਇੱਥੇ ਇਸੇ ਨਗਰ ਉੱਪਰ ਇਸ ਦਾ ਨਾਮ ਹੜੱਪਾ ਸੱਭਿਅਤਾ ਪਿਆ ਸੀ। ਠੀਕ ਹੈ ਜੀ। ਅਗਲਾ ਪ੍ਰਸ਼ਨ, ਹੜੱਪਾ ਅਤੇ ਮੋਹਨਜੋਦੜੋ ਦੀਆਂ ਥਾਵਾਂ ਕਿੱਥੇ ਮਿਲਦੀਆਂ ਹਨ? ਹਾਂਜੀ, ਹੜੱਪਾ ਅਤੇ ਮੋਹਿੰਜੋਦੜੋ ਦੀ ਜੇ ਅਸੀਂ ਗੱਲ ਕਰੀਏ, ਇਹਨਾਂ ਦੋਨਾਂ ਨੂੰ ਸਕੀਆਂ ਭੈਣਾਂ ਵੀ ਬੋਲਿਆ ਜਾਂਦਾ, ਜੁੜਵਾ ਭੈਣਾਂ ਵੀ ਬੋਲਿਆ ਜਾਂਦਾ, ਟਵਿੰਸ ਸਿਸਟਰ ਵੀ ਬੋਲਿਆ ਜਾਂਦਾ, ਜੁੜਵਾ ਰਾਜਧਾਨੀਆਂ ਵੀ ਬੋਲਿਆ ਜਾਂਦਾ। ਠੀਕ ਹੈ, ਦੋਨਾਂ ਨੂੰ ਧਿਆਨ 'ਚ ਰੱਖਣਾ। ਹੜੱਪਾ ਅਤੇ ਮੋਹਿੰਜੋਦੜੋ ਦੀਆਂ ਥਾਵਾਂ ਕਿੱਥੇ ਮਿਲਦੀਆਂ ਸਨ? ਠੀਕ ਹੈ, ਜਾਂ ਕਿੱਥੇ ਮਿਲੀਆਂ ਹਨ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਸੀ, ਪਾਕਿਸਤਾਨ ਵਿੱਚ। ਦੇਖੋ, ਜੇਕਰ ਅਸੀਂ ਗੱਲ ਕਰੀਏ ਅਫਗਾਨਿਸਤਾਨ ਦੀ, ਅਫਗਾਨਿਸਤਾਨ ਬਾਰੇ ਤੁਸੀਂ ਬਹੁਤ ਸੁਣਿਆ ਹੋਣਾ। ਇੱਥੇ ਸਿਰਫ ਤੇ ਸਿਰਫ 2 ਹੀ ਥਾਵਾਂ ਸੀ। ਕਿਹੜੀਆਂ-ਕਿਹੜੀਆਂ? ਸੂਤਰਗੋਈ ਅਤੇ ਮੁੰਡੀਗਾਕ। ਪਰ ਪਾਕਿਸਤਾਨ ਦੇ ਵਿੱਚ ਹੜੱਪਾ ਅਤੇ ਮੋਹਿੰਜੋਦੜੋ ਦੀਆਂ ਥਾਵਾਂ ਕਿੱਥੇ ਮਿਲੀਆਂ? ਪਾਕਿਸਤਾਨ ਦੇ ਵਿੱਚ ਮਿਲੀਆਂ। ਅਗਲਾ ਪ੍ਰਸ਼ਨ, ਸਿੰਧੂ ਘਾਟੀ ਦਾ ਸਭ ਤੋਂ ਵੱਡਾ ਸਥਾਨ ਹੈ। ਹਾਂਜੀ, ਹੁਣ ਇਹ ਇਸ ਤਰ੍ਹਾਂ ਦਾ ਮਤਲਬ ਕੀ ਆ? ਇੱਥੇ ਮੈਂਸ਼ਨ ਨਹੀਂ ਕੀਤਾ ਕਿ ਕਿੱਥੇ ਆ, ਪਾਕਿਸਤਾਨ 'ਚ ਆ ਜਾਂ ਭਾਰਤ ਬਾਰੇ ਪੁੱਛ ਰਹੇ ਆ। ਤਾਂ ਜੇਕਰ ਮੈਂਸ਼ਨ ਨਹੀਂਗਾ ਤਾਂ ਅਸੀਂ ਭਾਰਤ ਬਾਰੇ ਹੀ ਦੱਸਾਂਗੇ। ਸਿੰਧੂ ਘਾਟੀ ਸੱਭਿਅਤਾ ਦਾ ਸਭ ਤੋਂ ਵੱਡਾ ਸਥਾਨ ਭਾਰਤ ਦੀ ਜੇ ਗੱਲ ਕਰੀਏ ਇਸ ਸਮੇਂ ਐਟ ਪ੍ਰੈਜ਼ੈਂਟ, ਠੀਕ ਹੈ, ਵਰਤਮਾਨ ਸਮੇਂ ਵਿੱਚ ਸਿੰਧੂ ਘਾਟੀ ਦਾ ਸਭ ਤੋਂ ਵੱਡਾ ਸਥਾਨ ਆ ਭਾਰਤ ਦੇ ਵਿੱਚ ਰਾਖੀਗੜ੍ਹੀ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਦੇਖੋ, ਇੱਕ ਨਗਰ ਆ ਮੋਹਿੰਜੋਦੜੋ, ਇਹ ਨਗਰ ਓਵਰਆਲ ਸਿੰਧ ਘਾਟੀ ਦੀ ਸੱਭਿਅਤਾ ਦਾ ਸਭ ਤੋਂ ਵੱਡਾ ਨਗਰ ਆ, ਪਰ ਇਹ ਪਾਕਿਸਤਾਨ 'ਚ ਆ। ਠੀਕ ਹੈ, ਜੇ ਸਾਨੂੰ ਪਾਕਿਸਤਾਨ ਦੇ ਵਿੱਚ ਪੁੱਛ ਲੈਣ ਜਾਂ ਓਵਰਆਲ ਪੁੱਛ ਲੈਣ ਤਾਂ ਇਹਦਾ ਰਾਈਟ ਅਸੀਂ ਲਾਵਾਂਗੇ ਆਨਸਰ ਮੋਹਿੰਜੋਦੜੋ। ਠੀਕ ਹੈ, ਹੁਣ ਪਰ ਐਟ ਪ੍ਰੈਜ਼ੈਂਟ ਜੇ ਅਸੀਂ ਗੱਲ ਕਰੀਏ ਭਾਰਤ ਦੇ ਵਿੱਚ ਤਾਂ ਸਿੰਧੂ ਘਾਟੀ ਦੀ ਸੱਭਿਅਤਾ ਦਾ ਸਭ ਤੋਂ ਵੱਡਾ ਸਥਾਨ ਆ ਰਾਖੀਗੜ੍ਹੀ। ਅਗਲਾ ਪ੍ਰਸ਼ਨ ਆ, ਮੋਹਿੰਜੋਦੜੋ ਦੀ ਖੋਜ ਕਿਸ ਨੇ ਕੀਤੀ? ਹਾਂਜੀ, ਕੋਈ ਮੋਹਨਜੋਦੜੋ ਵੀ ਬੋਲ ਦਿੰਦੇ ਆ, ਕਈ ਮੋਹਿੰਜੋਦੜੋ ਬੋਲ ਦਿੰਦੇ ਆ। ਠੀਕ ਹੈ, ਕਿਸੇ ਬੁੱਕਸ ਦੇ ਵਿੱਚ ਤੁਹਾਨੂੰ ਮੋਹਿੰਜੋਦੜੋ ਲਿਖਿਆ ਮਿਲੇਗਾ। ਤਾਂ ਮੋਹਿੰਜੋਦੜੋ ਦੀ ਜਿਹੜੀ ਖੋਜ ਆ ਉਹ ਕਿਸ ਨੇ ਕੀਤੀ ਸੀ? ਇਹ ਕੀਤੀ ਸੀ RD ਬੈਨਰਜੀ ਨੇ, ਜਿਨ੍ਹਾਂ ਦਾ ਪੂਰਾ ਨਾਮ ਜੇ ਅਸੀਂ ਦੇਖੀਏ ਤਾਂ ਕੀ ਆ? ਰਾਖਲਦਾਸ ਬੈਨਰਜੀ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਮੋਹਿੰਜੋਦੜੋ ਦੀ ਖੋਜ ਕਿਸ ਨੇ ਕੀਤੀ ਸੀ? RD ਬੈਨਰਜੀ ਨੇ। ਇਹ ਤੁਸੀਂ ਯਾਦ ਰੱਖਣਾ। ਠੀਕ ਹੈ ਜੀ। ਹੁਣ ਅਸੀਂ ਗੱਲ ਕਰਦੇ ਹਾਂ, ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਮੋਹਿੰਜੋਦੜੋ ਅਤੇ ਹੜੱਪਾ ਸੱਭਿਅਤਾ, ਠੀਕ ਹੈ, ਇਹਨਾਂ ਦੋਵਾਂ ਨੂੰ ਜੁੜਵੀਆਂ ਭੈਣਾਂ ਬੋਲਿਆ ਜਾਂਦਾ ਜਾਂ ਟਵਿੰਸ ਸਿਸਟਰ ਜਾਂ ਜੁੜਵਾ ਰਾਜਧਾਨੀਆਂ ਬੋਲਿਆ ਜਾਂਦਾ। ਤੇ ਇਹ ਨਾਮ ਇਹਨਾਂ ਨੂੰ ਦਿੱਤੇ ਕਿਹਨੇ ਸੀ? ਇਹ ਨਾਮ ਦਿੱਤੇ ਸੀ ਇਹਨਾਂ ਨੂੰ ਸਟੂਅਰਟ ਪਿਗਟ ਨੇ ਦਿੱਤੇ ਸੀ। ਸਟੂਅਰਟ ਪਿਗਟ ਨੇ। ਠੀਕ ਹੈ ਜੀ। ਅਗਲਾ ਪ੍ਰਸ਼ਨ, ਨੱਚਦੀ ਕੁੜੀ ਦਾ ਚਿੱਤਰ ਕਿਹੜੀ ਸੱਭਿਅਤਾ ਵਿੱਚ ਮਿਲਿਆ ਸੀ? ਹਾਂਜੀ, ਨੱਚਦੀ ਕੁੜੀ ਦਾ ਚਿੱਤਰ ਆ ਜਿਹੜਾ ਸਾਨੂੰ ਕਿਹੜੀ ਸੱਭਿਅਤਾ ਦੇ ਵਿੱਚ ਮਿਲਿਆ ਸੀ? ਮੋਹਿੰਜੋਦੜੋ ਦੇ ਵਿੱਚ ਮਿਲਿਆ ਸੀ। ਮੋਹਨਜੋਦੜੋ ਦੇ ਵਿੱਚ। ਠੀਕ ਹੈ, ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਮੋਹਨਜੋਦੜੋ ਵੀ ਬੋਲ ਦਿੰਦੇ ਆ, ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ। ਨੱਚਦੀ ਕੁੜੀ ਦਾ ਚਿੱਤਰ ਆ ਜਿਹੜਾ, ਇਹ ਜਾਣੀ ਕਿ ਕਹਿ ਸਕਦੇ ਹਾਂ ਮੂਰਤੀ ਮਿਲੀ ਸੀਗੀ, ਮੋਹਿੰਜੋਦੜੋ ਦੇ ਵਿੱਚ ਮਿਲੀ ਸੀ। ਤੇ ਕਾਹਦੀ ਬਣੀ ਹੋਈ ਸੀ? ਕਾਂਸ਼ੀ ਦੀ ਬਣੀ ਹੋਈ ਸੀ। ਕਾਂਸ਼ੀ ਦੀ ਜੇ ਅਸੀਂ ਗੱਲ ਕਰੀਏ ਤਾਂ ਕਾਂਸ਼ੀ ਕਿਹਦੇ ਤੋਂ ਮਿਲ ਕੇ ਬਣਦੀ ਆ? ਤਾਂਬਾ ਅਤੇ ਟੀਨ ਤੋਂ ਮਿਲ ਕੇ ਬਣਦੀ ਆ। ਕਿਹਦੇ ਤੋਂ? ਤਾਂਬਾ ਅਤੇ ਟੀਨ ਤੋਂ ਮਿਲ ਕੇ। ਠੀਕ ਹੈ, ਪਰ ਇਸ ਦੇ ਨਾਲ ਹੀ ਹੁੰਦਾ ਪਿੱਤਲ ਵੀ ਸੇਮ ਹੀ ਇਹਦੇ ਵਰਗਾ, ਪਰ ਪਿੱਤਲ ਆ ਜਿਹੜਾ ਉਹ ਤਾਂਬਾ ਤਾਂ ਹੁੰਦਾ ਹੀ ਆ ਉਹਦੇ ਵਿੱਚ। ਠੀਕ ਹੈ, ਤਾਂਬਾ ਤੋਂ ਵੀ ਬਣਦਾ ਵਾ, ਪਰ ਉਹਦੇ ਵਿੱਚ ਜਿਸਤ ਹੁੰਦੀ ਆ, ਉਹ ਤਾਂਬਾ ਤੇ ਜਿਸਤ ਤੋਂ ਮਿਲ ਕੇ ਬਣਦਾ। ਕਾਂਸੀ ਤਾਂਬਾ ਤੇ ਟੀਨ ਤੋਂ ਮਿਲ ਕੇ ਬਣਦੀ ਹੈ। ਠੀਕ ਹੈ, ਇਸ ਗੱਲ ਦਾ ਧਿਆਨ ਰੱਖਣਾ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ, ਸਿੰਧੂ ਘਾਟੀ ਦੀ ਸੱਭਿਅਤਾ ਵਿੱਚ ਪਸ਼ੂਪਤੀ ਸੀਲ ਹੇਠ ਲਿਖੇ ਜਾਨਵਰਾਂ ਵਿੱਚੋਂ ਕਿਸ ਨਾਲ ਹੋਈ ਸੀ? ਹਾਂਜੀ, ਜੇਕਰ ਅਸੀਂ ਗੱਲ ਕਰੀਏ ਜਿਹੜੀ ਪਸ਼ੂਪਤੀ ਆ ਉਹਨੂੰ ਸ਼ਿਵ ਦੀ ਮੂਰਤੀ ਵੀ ਬੋਲ ਦਿੱਤਾ ਜਾਂਦਾ ਵਾ ਸੱਭਿਅਤਾ ਦੇ ਵਿੱਚ। ਠੀਕ ਹੈ, ਸ਼ਿਵ ਦੀ ਮੂਰਤੀ ਮਿਲੀ ਸੀਗੀ ਇੱਕ, ਜਦੋਂ ਸਿੰਧ ਘਾਟੀ ਦੀ ਸੱਭਿਅਤਾ ਦੀਆਂ ਖੋਜਾਂ ਹੋ ਰਹੀਆਂ ਸੀਗੀਆਂ। ਇੱਕ ਸ਼ਿਵ ਦੀ ਮੋਹਰ ਮਿਲੀ ਸੀਗੀ ਜਿਸ ਦੇ ਆਸ-ਪਾਸ ਜਾਨਵਰ ਬਣੇ ਹੋਏ ਸੀਗੇ। ਤੇ ਉਹ ਕਿਹੜੇ-ਕਿਹੜੇ ਜਾਨਵਰ ਬਣੇ ਹੋਏ ਸੀ? ਹਾਥੀ ਬਣਿਆ ਹੋਇਆ ਸੀ। ਠੀਕ ਹੈ, ਚੀਤਾ ਵੀ ਬਣਿਆ ਹੋਇਆ ਸੀ, ਇੱਕ ਸਿੰਗ ਵਾਲਾ ਗੈਂਡਾ ਵੀ ਬਣਿਆ ਹੋਇਆ ਸੀ, ਹਿਰਨ ਵੀ ਬਣਿਆ ਹੋਇਆ ਸੀ। ਠੀਕ ਹੈ, ਤਾਂ ਰਾਈਟ ਆਨਸਰ ਹੈ ਇਸ ਦਾ ਆਲ ਆਫ ਦੀ ਅਬਵ, ਕਿ ਇਹ ਸਾਰੇ ਹੀ ਬਣੇ ਹੋਏ ਸੀ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਠੀਕ ਹੈ ਜੀ। ਅਗਲਾ ਪ੍ਰਸ਼ਨ ਆ, ਸਿੰਧ ਘਾਟੀ ਦੀ ਸੱਭਿਅਤਾ ਦੇ ਹੇਠਲੇ ਸਥਾਨਾਂ ਵਿੱਚੋਂ ਕਿਸ ਸਥਾਨ ਵਿੱਚ ਇੱਕ ਦਾੜੀ ਵਾਲੇ ਵਿਅਕਤੀ ਦੀ ਮੂਰਤੀ ਬਣੀ ਹੋਈ ਸੀ? ਦੇਖੋ, ਤੁਸੀਂ ਦੇਖੀਆਂ ਹੋਣੀਆਂ ਬੁੱਕਸ ਦੇ ਵਿੱਚ, ਜਦੋਂ ਤੁਸੀਂ ਅਕਸਰ ਬੁੱਕਸ ਪੜ੍ਹੀਆਂ ਹੋਣੀਆਂ, ਠੀਕ ਹੈ, ਹਿਸਟਰੀ ਦੀਆਂ, ਤਾਂ ਉਹਦੇ ਵਿੱਚ ਕੀ ਆ ਕਿ ਇੱਕ ਬਾਬੇ ਦੀ ਮੂਰਤੀ ਬਣਾ ਕੇ ਉਹਦੇ ਇੱਦਾਂ ਦਾੜੀ ਲਗਾਈ ਹੋਈ ਸੀ।
इस तरह दाड़ी दीयां लाइनां जियां सी मूर्ति ते। ਤਾਂ ਸਿੰਧ ਘਾਟੀ ਦੀ ਸੱਭਿਅਤਾ ਦੇ ਹੇਠਲੇ ਸਥਾਨਾਂ ਵਿੱਚੋਂ ਕਿਸ ਸਥਾਨ ਦੇ ਵਿੱਚ ਇੱਕ ਦਾੜੀ ਵਾਲੇ ਵਿਅਕਤੀ ਦੀ ਮੂਰਤੀ ਮਿਲੀ ਸੀ? ਕਿਹੜੇ ਸਥਾਨ ਤੇ ਮਿਲੀ ਸੀ? ਮੋਹਨਜੋਦੜੋ ਦੇ ਵਿੱਚ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਆ, ਮੋਹਨਜੋਦੜੋ ਵਿਖੇ ਇੱਕ ਨੱਚਦੀ ਹੋਈ ਕੁੜੀ ਦੀ ਮੂਰਤੀ ਕਿਸ ਦੀ ਬਣੀ ਹੋਈ ਸੀ? ਹਾਂਜੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਮੋਹਨਜੋਦੜੋ ਦੇ ਵਿੱਚ ਇੱਕ ਨੱਚਦੀ ਹੋਈ ਕੁੜੀ ਦੀ ਮੂਰਤੀ ਮਿਲੀ ਸੀ। ਉਹ ਕਾਹਦੀ ਬਣੀ ਹੋਈ ਸੀ? ਕਾਂਸੀ ਦੀ ਬਣੀ ਹੋਈ ਸੀ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਕਾਂਸੀ ਬ੍ਰਾਊਨਸ ਦੀ ਬਣੀ ਹੋਈ ਸੀ। ਠੀਕ ਹੈ, ਤੇ ਇਹ ਜਿਹੜੀ ਮੂਰਤੀ ਆ ਇਹ ਜਿਹੜੇ ਪ੍ਰੋਸੈਸ ਨਾਲ ਬਣਾਈ ਗਈ ਸੀ, ਇਸ ਪ੍ਰੋਸੈਸ ਨੂੰ ਕੀ ਬੋਲਦੇ ਆ? ਲੋਸਟ ਵੈਕਸ ਪ੍ਰੋਸੈਸ ਬੋਲਦੇ ਆ। ਠੀਕ ਹੈ ਜੀ, ਕੀ ਬੋਲਦੇ ਆ? ਲੋਸਟ ਵੈਕਸ ਪ੍ਰੋਸੈਸ ਬੋਲਦੇ ਆ। ਅਤੇ ਵਰਤਮਾਨ ਸਮੇਂ ਦੇ ਵਿੱਚ ਇਹ ਮੂਰਤੀ ਕਿੱਥੇ ਪਈ ਆ? ਇਹ ਮੂਰਤੀ ਵਰਤਮਾਨ ਸਮੇਂ ਦੇ ਵਿੱਚ ਦਿੱਲੀ ਦੇ ਵਿੱਚ ਨੈਸ਼ਨਲ ਮਿਊਜ਼ੀਅਮ ਦੇ ਵਿੱਚ ਪਈ ਆ। ਠੀਕ ਹੈ ਜੀ, ਮੋਹਨਜੋਦੜੋ ਇੱਕ ਨੱਚਦੀ ਹੋਈ ਕੁੜੀ ਦੀ ਜਿਹੜੀ ਮੂਰਤੀ ਮਿਲੀ ਸੀਗੀ, ਇਹ ਹੁਣ ਐਟ ਪ੍ਰੈਜ਼ੈਂਟ ਦਿੱਲੀ ਦੇ ਵਿੱਚ ਨੈਸ਼ਨਲ ਮਿਊਜ਼ੀਅਮ ਦੇ ਵਿੱਚ ਪਈ ਆ। ਠੀਕ ਹੈ, ਕਾਹਦੀ ਬਣੀ ਹੋਈ ਸੀ? ਇਹ ਕਾਂਸੀ ਦੀ ਬਣੀ ਹੋਈ ਸੀ। ਜੇਕਰ ਅਸੀਂ ਗੱਲ ਕਰੀਏ, ਟੈਰਾਕੋਟਾ ਲਿਖਿਆ ਨਾ ਇੱਥੇ, ਟੈਰਾਕੋਟਾ। ਟੈਰਾਕੋਟਾ ਦਾ ਕੀ ਮਤਲਬ ਹੁੰਦਾ? ਜਿਹੜੀ ਅੱਗ ਦੇ ਵਿੱਚ ਪੱਕੀ ਹੋਈ ਮਿੱਟੀ ਆ, ਜਦੋਂ ਅੱਗ ਦੇ ਵਿੱਚ ਅਸੀਂ ਸੱਟ ਦਿੰਦੇ ਆ, ਸੇਕ ਲੱਗ ਕੇ ਮਿੱਟੀ ਆ ਜਿਹੜੀ ਪੱਕ ਜਾਂਦੀ ਆ, ਉਹਨੂੰ ਬੋਲਦੇ ਆ ਅਸੀਂ ਟੈਰਾਕੋਟਾ। ਠੀਕ ਹੈ ਜੀ, ਅਗਲਾ ਪ੍ਰਸ਼ਨ ਆ, ਸਿੰਧ ਘਾਟੀ ਦੀ ਸੱਭਿਅਤਾ ਦਾ ਬੰਦਰਗਾਹ ਦਾ ਸ਼ਹਿਰ ਕਿਹੜਾ? ਮੈਂ ਤੁਹਾਨੂੰ ਆਲਰੇਡੀ ਦੱਸਿਆ ਸੀ ਕਿ ਬੰਦਰਗਾਹ ਸਿੰਧ ਘਾਟੀ ਦੀ ਸੱਭਿਅਤਾ ਦੇ ਵਿੱਚ ਕਿਹੜੇ ਨਗਰ ਦੇ ਵਿੱਚ ਮਿਲੀ ਸੀ? ਲੋਥਲ ਦੇ ਵਿੱਚ ਮਿਲੀ ਸੀ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਲੋਥਲ ਕਿੱਥੇ ਆ? ਗੁਜਰਾਤ ਦੇ ਵਿੱਚ ਆ। ਅਗਲਾ ਪ੍ਰਸ਼ਨ ਆ, ਸਿੰਧੂ ਘਾਟੀ ਦੀ ਸੱਭਿਅਤਾ ਵਿੱਚ ਲੋਕਾਂ ਦੀ ਮੁੱਖ ਖੁਰਾਕ ਕੀ ਸੀ? ਹਾਂਜੀ, ਸਿੰਧ ਘਾਟੀ ਦੀ ਸੱਭਿਅਤਾ ਦੇ ਵਿੱਚ ਲੋਕਾਂ ਦੀ ਜਿਹੜੀ ਮੁੱਖ ਖੁਰਾਕ ਆ ਉਹ ਕਿਹੜੀ ਸੀ? ਲੋਕਾਂ ਦੀ ਮੁੱਖ ਖੁਰਾਕ ਸੀਗੀ ਕਣਕ ਅਤੇ ਜੌਂ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਬੋਥ ਆਫ ਦੀ ਅਬਵ। ਠੀਕ ਹੈ ਜੀ, ਅਗਲਾ ਪ੍ਰਸ਼ਨ ਆ, ਪੁਰਾਤਤਵ ਵਿਗਿਆਨੀਆਂ ਦੁਆਰਾ ਖੁਦਾਈ ਕੀਤੀਆਂ ਜਾਣ ਵਾਲੀਆਂ ਪਹਿਲੀ ਹੜੱਪਾ ਸਾਈਟ ਕਿਹੜੀ ਸੀ? ਹਾਂਜੀ ਦੇਖੋ, ਵਿਗਿਆਨੀਆਂ ਦੁਆਰਾ ਸਭ ਤੋਂ ਪਹਿਲਾਂ ਕਿਹੜੀ ਸਾਈਟ ਖੋਜੀ ਗਈ ਸੀ? ਉਹਨਾਂ ਨੇ ਇਹ ਪੁੱਛਿਆ ਸਿੰਧ ਘਾਟੀ ਦੀ ਸੱਭਿਅਤਾ ਦੇ ਵਿੱਚ ਹੜੱਪਾ ਸਾਈਟ। ਠੀਕ ਹੈ, ਪਹਿਲਾਂ ਤਾਂ ਇੱਥੇ ਨਾਮ ਤੋਂ ਹੀ ਪਤਾ ਲੱਗਦਾ। ਜੇਕਰ ਨਾਂ ਵੀ ਨਾ ਦਿੱਤਾ ਹੋਵੇ ਕਿ ਪਹਿਲਾ ਨਗਰ ਕਿਹੜਾ ਖੋਜਿਆ ਗਿਆ ਸੀ, ਤਾਂ ਉਹ ਹੜੱਪਾ ਹੀ ਖੋਜਿਆ ਗਿਆ ਸੀ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਇਸ ਕਰਕੇ ਇਸ ਨੂੰ ਹੜੱਪਾ ਸੱਭਿਅਤਾ ਵੀ ਬੋਲ ਦਿੱਤਾ ਜਾਂਦਾ। ਠੀਕ ਹੈ ਜੀ, ਅਗਲਾ ਪ੍ਰਸ਼ਨ ਆ, ਜਿਸ ਦੌਰਾਨ ਭਾਰਤ ਵਿੱਚ ਸ਼ਹਿਰੀਕਰਨ ਦਾ ਪਹਿਲਾ ਪੜਾਅ ਸ਼ੁਰੂ ਹੋਇਆ। ਹਾਂਜੀ, ਇਹਨਾਂ ਵਿੱਚੋਂ ਕਿਹੜੀ ਆਪਸ਼ਨ ਆ ਉਹ? ਜਿਸ ਦੇ ਦੌਰਾਨ ਭਾਰਤ ਵਿੱਚ ਸ਼ਹਿਰੀਕਰਨ ਦਾ ਪਹਿਲਾ ਪੜਾਅ ਸ਼ੁਰੂ ਹੋਇਆ। ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਆਲਰੇਡੀ ਦੱਸਿਆ ਕਿ ਹੜੱਪਾ ਨਗਰ ਪਹਿਲੀ ਵਾਰ ਖੋਜਿਆ ਗਿਆ ਸੀ ਤੇ ਹੜੱਪਾ ਇੱਕ ਸ਼ਹਿਰੀ ਸੱਭਿਅਤਾ ਸੀ ਤੇ ਪਹਿਲੀ ਸ਼ਹਿਰੀ ਕ੍ਰਾਂਤੀ ਵੀ ਇਸ ਨੂੰ ਬੋਲਿਆ ਜਾਂਦਾ। ਤਾਂ ਪਹਿਲਾ ਪੜਾਅ ਇਸ ਦਾ ਹੜੱਪਾ ਸੱਭਿਅਤਾ ਤੋਂ ਹੀ ਸ਼ੁਰੂ ਹੋਇਆ ਸੀ, ਜਿਹਨੂੰ ਅਸੀਂ ਹੜੱਪਾ ਕਾਲ ਵੀ ਬੋਲ ਦਿੰਦੇ ਆ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਆ, ਇਹਨਾਂ ਵਿੱਚੋਂ ਕਿਸ ਨੂੰ ਲੋਕ ਪੂਜਦੇ ਸਨ? ਹਾਂਜੀ, ਇਹਨਾਂ ਦੇ ਵਿੱਚੋਂ ਕਿਸ ਨੂੰ ਲੋਕ ਪੂਜਦੇ ਸਨ? ਪਸ਼ੂਪਤੀ ਨੂੰ ਵੀ ਪੂਜਦੇ ਸੀਗੇ। ਠੀਕ ਹੈ, ਗੋਡੈਸ ਨੂੰ ਵੀ ਪੂਜਦੇ ਸੀਗੇ, ਪਿੱਪਲ ਨੂੰ ਵੀ ਪੂਜਦੇ ਸੀਗੇ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਉਪਰੋਕਤ ਸਾਰੇ ਹੀ। ਅਗਲਾ ਪ੍ਰਸ਼ਨ ਆ, ਜੋ ਕਿ ਸਿੰਧੂ ਘਾਟੀ ਸੱਭਿਅਤਾ ਵਿੱਚ ਇੱਕ ਗੜ੍ਹ ਤੋਂ ਬਿਨਾਂ ਸਿੰਧੂ ਸ਼ਹਿਰ ਸੀ। ਹਾਂਜੀ, ਉਹਨਾਂ ਨੇ ਬੋਲਿਆ ਕਿ ਇਹਨਾਂ ਆਪਸ਼ਨਸ ਦੇ ਵਿੱਚੋਂ ਕਿਹੜਾ ਸ਼ਹਿਰ ਆ ਜਿਹੜਾ ਸਿੰਧੂ ਘਾਟੀ ਦੀ ਸੱਭਿਆ ਤੋਂ ਇੱਕ ਗੜ੍ਹ ਤੋਂ ਬਿਨਾਂ ਸੀ? ਦੇਖੋ, ਇਸ ਦਾ ਮਤਲਬ ਕੀ ਆ? ਦੇਖੋ, ਜੇ ਅਸੀਂ ਗੱਲ ਕਰੀਏ ਚਨਹੂਦੜੋ, ਆਪਸ਼ਨ ਨੰਬਰ ਡੀ ਇਸ ਦਾ ਰਾਈਟ ਆਨਸਰ ਆ। ਠੀਕ ਹੈ, ਇਹ ਇੱਕ ਨਗਰ ਆ, ਇਸ ਦੇ ਟਿੱਲੇ ਸੀਗੇ, ਇਹਦੇ 2 ਟਿੱਲੇ ਸੀਗੇ ਜਿਨ੍ਹਾਂ ਨੂੰ ਮੋਡੀਫਾਈ ਨਹੀਂ ਕੀਤਾ ਗਿਆ ਸੀ ਕਿਉਂਕਿ ਇਹਨਾਂ ਨੂੰ ਕੀ ਆ, ਇਹਨਾਂ ਨੂੰ ਪ੍ਰੋਟੈਕਸ਼ਨ ਪ੍ਰੋਵਾਈਡ ਕਰਾਈ ਗਈ ਸੀਗੀ। ਪ੍ਰੋਟੈਕਸ਼ਨ ਪ੍ਰੋਵਾਈਡ ਕਰਾਈ ਕਰਕੇ ਇਹਨਾਂ ਨੂੰ ਮੋਡੀਫਾਈ ਨਹੀਂ ਕੀਤਾ ਗਿਆ ਸੀਗਾ। ਤਾਂ ਇਹ ਸੀਗੇ ਜਿਹੜੇ ਟਿੱਲੇ ਸੀਗੇ, ਇਹ ਇੱਕ ਗੜ੍ਹ ਤੋਂ ਬਿਨਾਂ ਸੀਗੇ ਤੇ ਕਿਹੜੇ ਸ਼ਹਿਰ 'ਚ ਪੈਂਦੇ ਸੀ? ਚਨਹੂਦੜੋ ਦੇ ਵਿੱਚ। ਆਪਸ਼ਨ ਨੰਬਰ ਡੀ ਇਸ ਦਾ ਰਾਈਟ ਆਨਸਰ ਹੈ। ਠੀਕ ਹੈ ਜੀ, ਅਗਲਾ ਪ੍ਰਸ਼ਨ ਆ, ਹੜੱਪਾ ਵਿੱਚ ਖੁਦਾਈ ਦੌਰਾਨ ਭਾਰਤੀ ਪੁਰਾਤਤਵ ਸਰਵੇਖਣ ਦੇ ਡਾਇਰੈਕਟਰ ਜਨਰਲ ਕੌਣ ਸੀ? ਹਾਂਜੀ, ਜਦੋਂ ਹੜੱਪਾ ਦੀ ਖੁਦਾਈ ਚੱਲ ਰਹੀ ਸੀ, ਹੜੱਪਾ ਦੀ ਖੁਦਾਈ ਚੱਲ ਰਹੀ ਸੀ, ਕਿਹਨਾਂ ਨੇ ਕਰਵਾਈ ਸੀ ਖੁਦਾਈ? ਦਿਆਰਾਮ ਸਾਹਨੀ ਨੇ ਕਰਵਾਈ ਸੀ। ਠੀਕ ਹੈ, ਤਾਂ ਉਸ ਸਮੇਂ ਭਾਰਤੀ ਪੁਰਾਤਤਵ ਸਰਵੇਖਣ ਦੇ ਡਾਇਰੈਕਟਰ ਜਨਰਲ ਕੌਣ ਸੀ? ਯੌਨ ਮਾਰਸ਼ਲ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਤੇ ਇਹਨਾਂ ਨੇ ਹੀ ਸਿੰਧੂ ਘਾਟੀ ਦੀ ਸੱਭਿਅਤਾ ਨੂੰ ਸਿੰਧੂ ਘਾਟੀ ਸੱਭਿਅਤਾ ਦਾ ਨਾਮ ਦਿੱਤਾ ਸੀ। ਠੀਕ ਹੈ ਜੀ, ਅਗਲਾ ਪ੍ਰਸ਼ਨ ਆ,
ਸਿੰਧੂ ਘਾਟੀ ਦੀ ਸੱਭਿਅਤਾ ਦੇ ਹੇਠ ਲਿਖੇ ਸਥਾਨਾਂ ਵਿੱਚੋਂ ਅਨਾਜ ਸਟੋਰ ਦੀਆਂ 6 ਕਤਾਰਾਂ ਕਿੱਥੇ ਮਿਲਦੀਆਂ ਨੇ। ਹਾਂਜੀ ਦੇਖੋ, ਜਦੋਂ ਸਿੰਧੂ ਘਾਟੀ ਦੀ ਸੱਭਿਅਤਾ ਦੇ ਸਥਾਨ ਨਗਰ ਦੀ ਖੋਜ ਹੋ ਰਹੀ ਸੀ ਤਾਂ ਉਸ ਸਮੇਂ ਇੱਕ ਬਹੁਤ ਵੱਡੀ ਬਿਲਡਿੰਗ ਮਿਲੀ ਸੀਗੀ ਜਿਹਨੂੰ ਅਨਾਜ ਸਟੋਰ ਦੇ ਨਾਮ ਨਾਲ ਜਾਣਿਆ ਗਿਆ ਸੀ। ਠੀਕ ਹੈ, ਅਨਾਜ ਸਟੋਰ, ਅੰਨ ਭੰਡਾਰ ਬੋਲ ਸਕਦੇ ਹਾਂ ਜਾਂ। ਠੀਕ ਹੈ, ਸਿੰਧੂ ਘਾਟੀ ਦੀ ਸੱਭਿਅਤਾ ਦੇ ਹੇਠ ਲਿਖੇ ਸਥਾਨਾਂ ਵਿੱਚੋਂ ਅਨਾਜ ਸਟੋਰ ਦੀਆਂ 6 ਕਤਾਰਾਂ ਕਿੱਥੇ ਮਿਲੀਆਂ ਹਨ? ਇਹ ਮਿਲਦੀਆਂ ਹਨ ਹੜੱਪਾ ਦੇ ਵਿੱਚ। ਠੀਕ ਹੈ, ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ, ਹੜੱਪਾ। ਠੀਕ ਹੈ ਜੀ, ਇਸ ਗੱਲ ਦਾ ਧਿਆਨ ਰੱਖਣਾ। ਅਗਲਾ ਪ੍ਰਸ਼ਨ ਆ, ਸਿੰਧੂ ਘਾਟੀ ਦੀ ਸੱਭਿਅਤਾ ਬਾਰੇ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ? ਹਾਂਜੀ, ਇਸ ਗੱਲ ਦਾ ਬਹੁਤ ਧਿਆਨ ਦੇਣਾ। ਜਦੋਂ ਵੀ ਕਥਨ ਦੀ ਗੱਲ ਹੁੰਦੀ ਹੈ ਨਾ, ਕਈ ਵਾਰ ਅਸੀਂ ਕਥਨ ਦੇਖ ਲੈਂਦੇ ਹਾਂ, ਇਕੱਲਾ ਇਹ ਨਹੀਂ ਦੇਖਦੇ ਕਿ ਸਹੀ ਪੁੱਛਿਆ ਕਿ ਗਲਤ ਪੁੱਛਿਆ। ਜ਼ਿਆਦਾਤਰ ਇਹੀ ਹੁੰਦਾ ਕਿ ਐਗਜ਼ਾਮ ਦੇ ਵਿੱਚ ਗਲਤ ਵੀ ਪੁੱਛ ਲਿਆ ਜਾਂਦਾ, ਤਾਂ ਪਰ ਅਸੀਂ ਧਿਆਨ ਨਹੀਂ ਦਿੰਦੇ ਕਿ ਸਹੀ ਪੁੱਛਿਆ ਕਿ ਗਲਤ ਪੁੱਛਿਆ। ਠੀਕ ਹੈ ਜੀ, ਤਾਂ ਉਸ ਸਮੇਂ ਅਸੀਂ ਪਹਿਲਾਂ ਪੜ੍ਹ ਲੈਂਦੇ ਹਾਂ, ਸਾਨੂੰ ਲੱਗਦਾ ਪਹਿਲਾਂ ਹੀ ਸਹੀ ਆ ਪੁੱਛਿਆ, ਉਹਨਾਂ ਨੇ ਗਲਤ ਹੁੰਦਾ, ਅਸੀਂ ਪਹਿਲੀ ਆਪਸ਼ਨ ਲਗਾ ਕੇ ਆ ਜਾਂਦੇ ਹਾਂ। ਪਰ ਜ਼ਰੂਰ ਧਿਆਨ ਦੇਣਾ ਕਿ ਉਹਨਾਂ ਨੇ ਸਹੀ ਪੁੱਛਿਆ ਕਿ ਗਲਤ ਪੁੱਛਿਆ। ਜੇ ਅਸੀਂ ਗੱਲ ਕਰੀਏ ਆਪਸ਼ਨ ਏ ਦੀ, ਪੜ੍ਹ ਲੈਂਦੇ ਹਾਂ ਪਹਿਲਾਂ। ਹੜੱਪਾ ਦੇ ਲੋਕ ਲਗਭਗ ਹਰ ਕਿਸਮ ਦੇ ਨਿਰਮਾਣ ਵਿੱਚ ਸੜੀਆਂ ਇੱਟਾਂ ਦੀ ਵਰਤੋਂ ਕਰਦੇ ਸੀ। ਹਾਂਜੀ, ਜਿਹੜੇ ਹੜੱਪਾ ਦੇ ਲੋਕ ਆ, ਸੜੀਆਂ ਇੱਟਾਂ ਦਾ ਮਤਲਬ ਪੱਕੀਆਂ ਇੱਟਾਂ, ਜਿਨ੍ਹਾਂ ਨੂੰ ਮਤਲਬ ਪਹਿਲਾਂ ਕੱਚੀਆਂ ਇੱਟਾਂ ਬਣਦੀਆਂ ਨਾ ਮਿੱਟੀ ਦੀਆਂ, ਫਿਰ ਉਹਨਾਂ ਨੂੰ ਸੇਕ ਲਵਾਇਆ ਜਾਂਦਾ, ਸਾੜਿਆ ਜਾਂਦਾ, ਫਿਰ ਉਹਦੀ ਪੱਕੀ ਇੱਟ ਬਣ ਜਾਂਦੀ ਆ। ਤਾਂ ਹੜੱਪਾ ਦੇ ਲੋਕ ਆ ਜਿਹੜੇ, ਉਹ ਲਗਭਗ ਹਰ ਕਿਸਮ ਦੇ ਨਿਰਮਾਣ ਵਿੱਚ ਪੱਕੀਆਂ ਇੱਟਾਂ ਦੀ ਵਰਤੋਂ ਕਰਦੇ ਸੀ। ਬਿਲਕੁਲ ਸਹੀ ਆ, ਕਰਦੇ ਸੀ। ਅੱਗੇ, ਨਿਰਮਾਣ ਵਿੱਚ ਗ੍ਰਿਡ ਪੈਟਰਨ ਦੀ ਪਾਲਣਾ ਕੀਤੀ ਗਈ। ਹਾਂਜੀ, ਨਿਰਮਾਣ ਦੇ ਵਿੱਚ ਗ੍ਰਿਡ ਪੈਟਰਨ ਦੀ ਪਾਲਣਾ ਵੀ ਕੀਤੀ ਗਈ ਆ। ਤੇ ਅੱਗੇ, ਜ਼ਿਆਦਾਤਰ ਸਿੰਧੂ ਸ਼ਹਿਰਾਂ ਨੂੰ ਵਿਸਤ੍ਰਿਤ ਡਰੇਨੇਜ ਸਿਸਟਮ ਨਾਲ ਚੰਗੀ ਤਰ੍ਹਾਂ ਵਿਵਸਥਿਤ ਕੀਤਾ ਗਿਆ ਸੀ। ਬਿਲਕੁਲ ਠੀਕ ਹੈ ਇਹ ਵੀ। ਤਾਂ ਰਾਈਟ ਆਨਸਰ ਹੈ ਆਪਸ਼ਨ ਨੰਬਰ ਡੀ, ਉਪਰੋਕਤ ਸਾਰੇ ਹੀ ਸਿੰਧ ਘਾਟੀ ਸੱਭਿਅਤਾ ਦੇ ਨਾਲ ਰਿਲੇਟਡ ਠੀਕ ਆ। ਅਗਲਾ ਪ੍ਰਸ਼ਨ ਆ, ਹਾਂਜੀ, ਜਿਸ ਵਿੱਚ ਹੜੱਪਣ ਸਾਈਟ ਵਿੱਚ 2 ਕਬਰਸਤਾਨ ਐਚ ਅਤੇ ਆਰ 37 ਪਾਏ ਗਏ ਸਨ, ਉਹਨਾਂ ਨੂੰ ਕੀ ਬੋਲਿਆ ਜਾਂਦਾ ਜਾਂ ਕਹਿ ਸਕਦੇ ਹਾਂ ਕਿਸ ਦੇ ਵਿੱਚ ਪਾਏ ਗਏ ਸੀ? ਠੀਕ ਹੈ, ਦੇਖੋ R37 ਤੇ H37 ਇਹ 2 ਕਬਰਸਤਾਨ ਸੀ। ਕੀ ਸੀਗੇ? ਕਬਰਸਤਾਨ। ਤੇ ਕਿੱਥੇ ਮਿਲੇ ਸੀ? ਹੜੱਪਾ ਦੇ ਵਿੱਚ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਆ, ਸਿੰਧੂ ਘਾਟੀ ਦੀ ਸੱਭਿਅਤਾ ਦੇ ਕਿਹੜੇ ਭਾਗਾਂ ਵਿੱਚ ਵੰਡਿਆ ਗਿਆ? ਹਾਂਜੀ, ਸਿੰਧ ਘਾਟੀ ਸੱਭਿਅਤਾ ਦੇ ਆ ਕਿਹੜਾ ਸਥਾਨ ਸੀ ਜਿਹਨੂੰ 3 ਭਾਗਾਂ ਦੇ ਵਿੱਚ ਵੰਡਿਆ ਗਿਆ ਸੀ? ਢੋਲਾਵੀਰਾ ਨੂੰ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਢੋਲਾਵੀਰਾ ਨੂੰ 3 ਭਾਗਾਂ ਦੇ ਵਿੱਚ ਵੰਡਿਆ ਗਿਆ ਸੀ। ਇੱਕ ਸੀਗਾ ਪੂਰਬੀ ਟਿੱਲਾ, ਦੂਸਰਾ ਸੀਗਾ ਪੱਛਮੀ ਟਿੱਲਾ, ਇੱਕ ਸੀਗਾ ਪੱਛਮੀ ਟਿੱਲਾ। ਠੀਕ ਹੈ ਜੀ, ਇੱਕ ਪੱਛਮੀ ਤੇ ਇੱਕ ਪੂਰਬੀ, ਤੇ ਜਿਹੜਾ ਸੈਂਟਰ ਵਾਲਾ ਸੀਗਾ ਉਹਨੂੰ ਮੱਧ ਟਿੱਲਾ ਬੋਲ ਦਿੱਤਾ ਜਾਂਦਾ ਸੀ। ਇਹਨੂੰ 3 ਭਾਗਾਂ ਦੇ ਵਿੱਚ ਵੰਡਿਆ ਗਿਆ ਸੀ। ਠੀਕ ਹੈ ਜੀ, ਅਗਲਾ ਪ੍ਰਸ਼ਨ ਆ, ਮੋਹਿੰਜੋਦੜੋ ਦੀ ਸਭ ਤੋਂ ਵੱਡੀ ਕਿਹੜੀ ਸੀ? ਹਾਂਜੀ, ਮੋਹਿੰਜੋਦੜੋ ਦੀ ਉਹਨਾਂ ਨੇ ਇਹ ਪੁੱਛਣਾ ਵਾ ਕਿ ਸਭ ਤੋਂ ਵੱਡੀ ਬਿਲਡਿੰਗ ਕਿਹੜੀ ਸੀ। ਸਭ ਤੋਂ ਵੱਡੀ ਬਿਲਡਿੰਗ ਆਉਣਾ ਹੈ। ਠੀਕ ਹੈ, ਇੱਥੇ ਬਾਈ ਮਿਸਟੇਕ ਪੰਜਾਬੀ ਦੇ ਵਿੱਚ ਨਹੀਂ ਲਿਖਿਆ ਗਿਆ, ਬਿਲਡਿੰਗ ਇੰਗਲਿਸ਼ ਵਾਲਾ ਤੁਸੀਂ ਪੜ੍ਹ ਸਕਦੇ ਹੋ। ਮੋਹਿੰਜੋਦੜੋ ਦੀ ਸਭ ਤੋਂ ਵੱਡੀ ਬਿਲਡਿੰਗ ਸੀ, ਜੇ ਅਸੀਂ ਗੱਲ ਕਰੀਏ ਆਪਸ਼ਨ ਏ ਦੀ, ਗ੍ਰੇਟ ਬਾਥ। ਇਹ ਤਾਂ ਨਹਾਉਣ ਵਾਲੀ ਜਗ੍ਹਾ ਵਾ, ਇਹ ਤਾਂ ਵੱਡੀ ਬਿਲਡਿੰਗ ਹੋ ਹੀ ਨਹੀਂ ਸਕਦੀ। ਠੀਕ ਹੈ, ਅਸੈਂਬਲੀ ਹਾਲ, ਇਹ ਇੱਕ ਗਲੋਬ ਦੀ ਤਰ੍ਹਾਂ ਹੋਊਗਾ। ਮੈਂ ਤੁਹਾਨੂੰ ਜਿਵੇਂ ਕਿ ਦੱਸਿਆ ਅੰਨ ਭੰਡਾਰ, ਠੀਕ ਹੈ, ਗ੍ਰੇਨਰੀ ਵਾਲੀ ਜਿਹੜੀ ਜਗ੍ਹਾ ਵਾ, ਅੰਨ ਭੰਡਾਰ ਜਿੱਥੇ ਰੱਖਿਆ ਜਾਂਦਾ, ਜਿਵੇਂ 6 ਕਤਾਰਾਂ ਵਾਲਾ ਮੈਂ ਤੁਹਾਨੂੰ ਦੱਸਿਆ ਸੀ ਉੱਪਰ ਆਪਾਂ ਕੀਤਾ, ਤਾਂ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਹੈ। ਠੀਕ ਹੈ ਜੀ, ਹਾਂਜੀ, ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਆ। ਪਰ ਵੀਡੀਓ ਨੂੰ ਤੋਂ ਜਾਣ ਤੋਂ ਪਹਿਲਾਂ ਜਿੰਨਾ ਹੋ ਸਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ। ਤੇ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕਸ ਫॉर ਵਾਚਿੰਗ।